Hi, this is Priyanka Chopra and you're watching Channel Y. The biggest South Asian media group, Y Media. Y Media Group, established in 2001, is a media company with a 360-degree approach in reaching our audience over 5 platforms: television, radio, newspaper, online news portal, and mobile app. Y Media has newspaper, midweek, radio, South Asian pop. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का नंबर 1 रेडियो स्टेशन FM 91.9 All English 24/7 television network and Y Media Plus. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. ਵੈਲਕਮ ਬੈਕ। ਮੈਂ ਸਵਾਗਤ ਕਰਨਾ ਚਾਹੂੰਗਾ ਜੁਦਵੀਰ ਜਸਵਾਲ ਸਾਹਿਬ ਦਾ, ਗਰੁੱਪ ਐਡੀਟਰ CEO ਵਾਈ ਮੀਡੀਆ ਸਮੂਹ ਦੇ। ਜੁਦਵੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू वेरी मच जी। और चैनल वाई देख रहे सारे दर्शकों का एक बार फिर बहुत बहुत स्वागत है। थैंक यू सो मच। ਥੈਂਕ ਯੂ ਸੋ ਮਚ। ਸੈਂਟ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਥੈਂਕ ਯੂ। ਸਤਨਾਮ ਜੰਡਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਜੁਦਵੀਰ ਜੀ, ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਰਿਸ਼ੀ ਸੁਨਕ ਅਗਰ ਦੇਖਿਆ ਜਾਵੇ ਇੰਡੀਅਨ ਓਰੀਜਨ ਦੇ ਪ੍ਰਾਈਮ ਮਿਨਿਸਟਰ ਬਣੇ ਆ ਇੰਗਲੈਂਡ ਦੇ। ਜ਼ਰੂਰ ਇਹਨਾਂ ਦੀ ਸਟੋਰੀ ਬਾਰੇ ਜ਼ਰੂਰ ਦੱਸੋ ਸਾਡੇ, ਕਿਸ ਤਰ੍ਹਾਂ ਹੋਇਆ, ਇਹ ਕਿਉਂ ਪ੍ਰੂਵ ਹੋਇਆ। ਬਹੁਤ ਵੱਡੇ ਐਜੂਕੇਸ਼ਨ ਜਿਹੜਾ ਬੈਕਗਰਾਊਂਡ ਹੈ ਤੇ ਬਿਜ਼ਨਸ ਘਰਾਣੇ ਦਾ ਵੀ ਇਹਨਾਂ ਦੀ ਵਾਈਫ ਦਾ ਜਿਹੜਾ ਹੈਗਾ ਇਨਫੋਸਿਸ ਨਾਲ ਤਾਲੁਕ ਹੈਗੇ ਜੀ। ਜ਼ਰੂਰ ਰਿਸ਼ੀ ਸੁਨਕ ਬਾਰੇ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਖਾਸ ਰਿਪੋਰਟ ਜਿਹੜੀ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਰਿਸ਼ੀ ਸੁਨਕ ਹੋਣਾ ਦੇ ਬਾਰੇ, ਕਿਉਂਕਿ ਬਹੁਤ ਸਾਰੇ ਲੋਕ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਨੇ, ਕੰਟੈਕਸਟ ਜਾਣਨਾ ਚਾਹੁੰਦੇ ਨੇ, ਔਰ ਕਿ ਆਖਿਰਕਾਰ ਜਿਹੜੇ ਰਿਸ਼ੀ ਸੁਨਕ ਨੇ ਉਹ ਕਿਸ ਤਰ੍ਹਾਂ ਹੀ ਇਜ਼ ਦ ਫਸਟ ਪਰਸਨ ਆਫ ਕਲਰ ਜਿਹੜੇ ਕਿ ਬ੍ਰਿਟਨ ਦੇ ਪ੍ਰਧਾਨ ਮੰਤਰੀ ਬਣੇ ਨੇ। ਔਰ ਮੈਂ ਇੱਥੇ ਵੀ ਜ਼ਰੂਰ ਕਹਿ ਸਕਦਾ ਹੈਗਾ ਕਿ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਚੱਲ ਰਹੀ ਹੈ ਕਿ ਫਸਟ ਪਰਸਨ ਆਫ ਏਸ਼ੀਅਨ ਓਰੀਜਨ ਕਹਿ ਸਕਦੇ ਹਾਂ, ਫਸਟ ਪਰਸਨ ਆਫ ਇੰਡੀਅਨ ਓਰੀਜਨ ਕਹਿ ਸਕਦੇ ਹਾਂ, ਹਿੰਦੂ ਓਰੀਜਨ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਇਜ਼ ਦ ਫਸਟ ਹਿੰਦੂ ਟੂ ਬਿਕਮ ਦ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ। ਸੋ ਬਹੁਤ ਸਾਰੇ ਐਸੇ ਅਲੱਗ-ਅਲੱਗ ਟਾਈਟਲਸ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਬਟ ਸਵਾਲ ਵੈਸੇ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਹੈ, ਫॉर ਦੋਜ਼ ਹੂ ਟਰੈਕ ਪੋਲਿਟਿਕਸ ਵੈਰੀ ਕਲੋਜ਼ਲੀ, ਬਟ ਬਹੁਤ ਸਾਰੇ ਲੋਕ ਹਜੇ ਵੀ ਇਹ ਸਵਾਲ ਪੁੱਛ ਰਹੇ ਨੇ ਕਿ ਰਿਸ਼ੀ ਸੁਨਕ ਜਿਹੜੇ ਨੇ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਇੰਗਲੈਂਡ ਦੇ ਬਣ ਗਏ। ਇਹਦਾ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਹਲਕਾ ਜਿਹਾ ਬੈਕਗਰਾਊਂਡ ਦੇ ਦਿੰਦਾ ਸੋ ਦੈਟ ਵੀ ਬ੍ਰਿੰਗ ਕੰਟੈਕਸਟ ਟੂ ਦ ਹੋਲ ਸਟੋਰੀ ਦੈਟ ਵੀ ਆਰ ਡਿਸਕਸਿੰਗ ਟੁਡੇ। ਇਹਦੀ ਬੈਕਗਰਾਊਂਡ ਹਲਕੀ ਜੀ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ 2019, ਜੇ ਤੁਹਾਨੂੰ ਯਾਦ ਹੋਏ ਕਿ 2019 ਦੇ ਵਿੱਚ ਇੰਡੀਆ ਦੇ ਵਿੱਚ ਵੀ ਉਸ ਸਮੇਂ ਇਲੈਕਸ਼ਨਸ ਹੋਈਆਂ ਸੀ, ਔਰ ਉਸੇ ਸਾਲ 2019 ਦੇ ਵਿੱਚ ਬ੍ਰਿਟਨ ਦੇ ਵਿੱਚ ਵੀ ਜਨਰਲ ਇਲੈਕਸ਼ਨਸ ਹੋਈਆਂ ਸੀਗੀਆਂ। ਬ੍ਰਿਟਨ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਪਾਰਟੀਜ਼ ਹੈਗੀਆਂ ਨੇ, ਬਟ ਮੇਨਲੀ ਉੱਥੇ ਲੇਬਰ ਐਂਡ ਕੰਜ਼ਰਵੇਟਿਵ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਅਮਰੀਕਾ ਦੀ ਜੇ ਅਸੀਂ ਗੱਲ ਕਰੀਏ ਤਾਂ 2 ਪਾਰਟੀਜ਼ ਹੋਰ ਕਾਫੀ ਸਾਰੀਆਂ ਹੈਗੀਆਂ ਨੇ, ਬਟ ਡੈਮੋਕ੍ਰੈਟਸ ਐਂਡ ਰਿਪਬਲਿਕਨਸ ਉੱਥੇ ਮੇਨ ਪਾਰਟੀ ਹੈ। ਇੰਡੀਆ ਦੇ ਵਿੱਚ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ BJP ਔਰ ਕਾਂਗਰਸ, ਇਹ 2 ਮੇਨ ਪਾਰਟੀਜ਼ ਉੱਥੇ ਹੈਗੀਆਂ ਨੇ। ਇਸੇ ਤਰ੍ਹਾਂ ਲੇਬਰ ਔਰ ਕੰਜ਼ਰਵੇਟਿਵਸ ਉੱਥੇ ਹੈਗੀ ਹੈ, ਕੰਜ਼ਰਵੇਟਿਵਸ ਜਿਹਨੂੰ ਅਸੀਂ ਟੋਰੀ ਵੀ ਕਹਿ ਦਿੰਦੇ ਹਾਂ। ਸੋ ਸ਼ਾਨਦਾਰ ਜਿੱਤ ਹਾਸਲ ਕੀਤੀ ਟੋਰੀਜ਼ ਨੇ, ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਲੇਬਰ ਦੇ ਲੀਡਰ ਸੀਗੇ ਜਰਮੀ ਕੋਬਨ, ਲੇਕਿਨ ਦੂਸਰੀ ਤਰਫ ਮੇਨਲੀ ਅਸੀਂ ਗੱਲ ਕਰਦੇ ਹਾਂ ਬੋਰਿਸ ਜੌਨਸਨ ਦੀ। ਬੋਰਿਸ ਜੌਨਸਨ ਪਹਿਲਾਂ ਵੀ ਬਹੁਤ ਜ਼ਿਆਦਾ ਪੋਪੂਲਰ ਨੇ, ਬ੍ਰੈਕਜ਼ਿਟ ਔਰ ਹੋਰ ਕਈ ਮਾਮਲਿਆਂ ਦੇ ਉੱਤੇ ਨਾਮ ਉਹਨਾਂ ਦੇ ਆਉਂਦੇ ਰਹੇ ਨੇ, ਕਈ ਤਰ੍ਹਾਂ ਦੇ ਕਦੇ-ਕਦੇ ਕੰਟਰੋਵਰਸ਼ੀਅਲ ਬਿਆਨ ਪਹਿਲਾਂ ਵੀ ਦਿੰਦੇ ਰਹੇ ਨੇ। ਬਟ ਐਨੀਵੇਜ਼ ਹੀ ਬਿਕੇਮ ਦਾ ਪ੍ਰਾਈਮ ਮਿਨਿਸਟਰ। 2019 ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣੇ 2019 ਦੇ ਵਿੱਚ। ਔਰ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਆ ਗਿਆ 2020 ਦੇ ਵਿੱਚ। ਜਦੋਂ 2020 ਅਰਲੀ ਫਸਟ ਕੁਆਰਟਰ ਦੇ ਵਿੱਚ ਹੀ ਕੋਵਿਡ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੇ ਨਾਲ ਲਾਕਡਾਊਨ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਲੋਕਡਾਊਨ ਜਦੋਂ ਹੋਣਾ ਸ਼ੁਰੂ ਹੋਇਆ ਤੇ ਬਾਹਰ ਖਬਰ ਆਉਣੀ ਸ਼ੁਰੂ ਹੋਈ ਕਿ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਜਿਹੜੀਆਂ ਨੇ ਉਹ ਪਾਰਟੀਆਂ ਹੁੰਦੀਆਂ ਰਹੀਆਂ, ਜਿਹਨੂੰ ਬਾਅਦ ਦੇ ਵਿੱਚ ਪਾਰਟੀ ਗੇਟ ਸਕੈਂਡਲ ਵੀ ਕਿਹਾ ਗਿਆ। ਹੁਣ ਦੁਨੀਆ ਭਰ ਦੇ ਵਿੱਚ ਤੇ ਲੋਕਡਾਊਨ ਦੀ ਗੱਲ ਹੋ ਰਹੀ ਹੈ। ਸਾਰੇ ਇੰਗਲੈਂਡ ਦੇ ਵਿੱਚ ਵੀ ਹੁਕਮ ਜਾਰੀ ਕੀਤੇ ਜਾ ਰਹੇ ਨੇ ਫਰੋਮ ਦ ਪ੍ਰਾਈਮ ਮਿਨਿਸਟਰਸ ਆਫਿਸ 10 ਡਾਊਨਿੰਗ ਸਟਰੀਟ ਕਿ ਤੁਸੀਂ ਲੋਕਡਾਊਨ ਹੈ ਆਪਣੇ ਆਪਣੇ ਘਰਾਂ 'ਚ ਰਹਿਣਾ ਹੈ। ਸੋਸ਼ਲ ਡਿਸਟੈਂਸਿੰਗ ਦਾ ਵਰਡ ਬੜਾ ਪਪੂਲਰ ਹੋ ਰਿਹਾ, ਲੇਕਿਨ ਉਸ ਦੌਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਹੀ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਪਾਰਟੀਆਂ ਚੱਲ ਰਹੀਆਂ। ਹੁਣ ਜਦੋਂ ਉੱਥੇ ਪਾਰਟੀਆਂ ਚੱਲ ਰਹੀਆਂ, ਖਬਰ ਬਾਹਰ ਆਈ ਕਿ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚ ਪਾਰਟੀਆਂ ਚੱਲ ਰਹੀਆਂ ਨੇ, ਸੋ ਇਹਦੇ ਨਾਲ ਕਿਤੇ ਨਾ ਕਿਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵਾਸਤੇ। ਫਿਰ ਇਹ ਇੱਕ ਸਵਾਲ ਨਹੀਂ ਸੀਗਾ ਉਹਨਾਂ ਵਾਸਤੇ। ਫਿਰ ਕੀ ਹੋਇਆ ਕਿ ਉਹਨਾਂ ਦੇ ਕੁਝ ਜਿਹੜੀਆਂ ਅਪਾਇੰਟਮੈਂਟ ਸੀਗੀਆਂ, ਜਿਹੜੇ ਉਹਨਾਂ ਦੇ ਥੱਲੇ ਕੋਈ ਅਪਾਇੰਟਮੈਂਟ ਸੀਗੀਆਂ, ਉਹ ਵੀ ਕੰਟਰੋਵਰਸ਼ੀਅਲ ਰਹੀਆਂ। ਸੋ ਬੋਰਿਸ ਜੌਨਸਨ ਦੇ ਅੰਡਰ ਜਿਹੜੀਆਂ ਅਪਾਇੰਟਮੈਂਟਸ ਚੱਲ ਰਹੀਆਂ ਸੀ, ਜਦੋਂ ਉਹ ਕੰਟਰੋਵਰਸ਼ੀਅਲ ਰਹੀਆਂ ਤਾਂ ਫਿਰ ਉਹਦੇ ਉੱਤੇ ਵੀ ਸਵਾਲ ਜਿਹੜੇ ਉਹ ਖੜੇ ਹੋਣੇ ਸ਼ੁਰੂ ਹੋ ਗਏ। ਫਿਰ ਹੌਲੀ ਹੌਲੀ ਇਕੱਲੀ ਇੱਕ ਰਿਪੋਰਟ ਨਹੀਂ ਆਈ, ਇੱਕ ਰਿਪੋਰਟ ਬਾਹਰ ਆਈ ਕਿ ਇੱਕ ਅੱਧੀ ਪਾਰਟੀ ਨਹੀਂ ਹੋਈ, ਤਕਰੀਬਨ 30-40 ਪਾਰਟੀਆਂ ਹੋਈਆਂ, ਔਰ ਪਾਰਟੀਆਂ ਇਕੱਲੀਆਂ 10 ਡਾਊਨਿੰਗ ਸਟਰੀਟ ਪ੍ਰਧਾਨ ਮੰਤਰੀ ਦੇ ਆਵਾਸ ਦੇ ਵਿੱਚ ਹੀ, ਉਹਨਾਂ ਦੇ ਆਫਿਸ ਦੇ ਵਿੱਚ ਹੀ ਨਹੀਂ ਹੋਈਆਂ, ਹੋਰ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਹੋਈਆਂ। ਸੋ 30-40 ਪਾਰਟੀਆਂ, ਜਿੱਥੇ ਕਿ ਪ੍ਰਧਾਨ ਮੰਤਰੀ ਦੀ ਇੱਕ ਬਰਥਡੇ ਪਾਰਟੀ ਵੀ ਹੋਈ, ਔਰ ਉਸ ਬਰਥਡੇ ਪਾਰਟੀ ਦੇ ਵਿੱਚ ਹੀ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਸੋ ਜਦੋਂ ਇੰਨੇ ਸਾਰੇ ਇਸ਼ੂਜ਼ ਆਏ, ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਖੁਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇਸ ਮਾਮਲੇ ਦੇ ਉੱਤੇ ਮਾਫੀ ਮੰਗਣੀ ਪਈ। ਹੁਣ ਪਹਿਲਾਂ ਅਪਾਇੰਟਮੈਂਟਸ ਜਿਹੜੀਆਂ ਸੀਗੀਆਂ ਉਹਦੇ ਕਾਰਨ ਦਿੱਕਤਾਂ ਆਈਆਂ ਕਿ ਜਿਹੜੀਆਂ ਉਹਨੇ ਅਪਾਇੰਟਮੈਂਟਸ ਕੀਤੀਆਂ ਸੀ ਉਹ ਕੰਟਰੋਵਰਸ਼ੀਅਲ ਬਣੀਆਂ। ਇਸ ਦਰਮਿਆਨ ਕੀ ਹੋਇਆ ਕਿ ਉਹਨਾਂ ਦੇ ਜਿਹੜੀ ਪਾਰਟੀਆਂ ਦੀ ਮਾਮਲਾ ਇਹ ਬਾਹਰ ਆਣਾ ਸ਼ੁਰੂ ਹੋ ਗਿਆ ਬੋਰਿਸ ਜੌਨਸਨ ਦਾ। ਲੇਕਿਨ ਆਖਰੀ ਜਿਹੜਾ ਇੱਕ ਹੋਰ ਬਹੁਤ ਬੜਾ ਨੁਕਸਾਨ ਉਹਨਾਂ ਦਾ ਉਸ ਸਮੇਂ ਹੋਇਆ ਕਿ ਜਦੋਂ ਉਹਨਾਂ ਦੇ ਆਪਣੇ ਹੀ ਪਾਰਟੀ ਦੇ ਇੱਕ ਅਪਾਇੰਟਮੈਂਟ ਸੀਗੇ, ਮੈਂਬਰ ਪਾਰਲੀਮੈਂਟ ਸੀਗੇ, ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਗਈ, ਉਹਨਾਂ ਦੇ ਖਿਲਾਫ ਐਲੀਗੇਸ਼ਨ ਸੀਗਾ ਸੈਕਸੁਅਲ ਮਿਸਕੰਡਕਟ ਦੇ, ਇੱਕ ਨਹੀਂ 2 ਐਲੀਗੇਸ਼ਨ ਸੀਗੇ। ਹੁਣ ਕਿਆ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇਹਦਾ ਪਤਾ ਸੀਗਾ? ਕਿਆ ਪਤਾ ਹੁੰਦਿਆਂ ਹੋਏ ਉਹਨਾਂ ਨੇ ਅਪਾਇੰਟ ਕਰ ਦਿੱਤਾ ਕਿਸੇ ਨੂੰ ਆਪਣੀ ਪਾਰਟੀ ਦੇ ਵਿੱਚ ਸੀਨੀਅਰ ਪੋਜੀਸ਼ਨ ਦੇ ਉੱਤੇ? ਸੋ ਇਹ ਜਦੋਂ ਮਾਮਲਾ ਬਾਹਰ ਆਇਆ ਤੇ ਇਹਦਾ ਬੜਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ। ਸੋ ਇੱਕ ਤੋਂ ਬਾਅਦ ਇੱਕ ਸਕੈਂਡਲ ਜਦੋਂ ਬਾਹਰ ਆਏ, ਅਪਾਇੰਟਮੈਂਟਸ ਗਲਤ ਹੋਈਆਂ, ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਜਿਹਦੇ ਤੇ ਲੱਗੇ ਹੋਣ, ਉਹਨਾਂ ਤੋਂ ਫੌਰਨ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਸੀਗਾ। ਔਰ ਪ੍ਰਧਾਨ ਮੰਤਰੀ ਇੱਕ ਤਰ੍ਹਾਂ ਨਾਲ ਸਾਥ ਨਹੀਂ ਦੇ ਰਹੇ ਉਹਨਾਂ ਦਾ, ਪਰ ਇੱਕ ਤਰ੍ਹਾਂ ਕਿਤੇ ਕਿਤੇ ਅਪਾਇੰਟ ਕਰ ਰਹੇ ਆ, ਮਤਲਬ ਹੀ ਇਜ਼ ਡੂਇੰਗ ਅ ਕਵਰ ਅਪ, ਔਰ ਕੀ ਕਰ ਰਹੇ ਨੇ ਉਹ। ਸੋ ਇਸ ਤਰ੍ਹਾਂ ਦੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਬੋਰਿਸ ਜੌਨਸਨ ਦੀ ਪਾਰਟੀ ਨੂੰ ਛੱਡ ਕੇ ਉਹ ਲੇਬਰ ਪਾਰਟੀ ਵੱਲ ਇੱਕ ਤੋਂ ਜਾਣੇ ਸ਼ੁਰੂ ਹੋ ਗਏ, ਔਰ ਫਿਰ ਇਹਨਾਂ ਦੇ ਆਪਣੇ ਕੈਬਨਿਟ ਦੇ ਵਿੱਚੋਂ ਰੈਜ਼ਿਗਨੇਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ, ਇਨਕਲੂਡਿੰਗ ਰਿਸ਼ੀ ਸੁਨਕ ਉਹਨਾਂ ਨੇ ਵੀ ਇਹਨਾਂ ਦੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਸੋ ਇਹ ਜਦ ਸਾਰਾ ਕੁਝ ਚੱਲਦਾ ਰਿਹਾ, ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਬੋਰਿਸ ਜੌਨਸਨ ਉਹਨਾਂ ਦੇ ਉੱਤੇ, ਔਰ ਤਕਰੀਬਨ 3 ਸਾਲਾਂ ਬਾਅਦ ਉਹਨਾਂ ਨੂੰ 2022 ਦੇ ਵਿੱਚ ਹੀ ਉਹਨਾਂ ਨੂੰ 2019 ਚ ਪ੍ਰਧਾਨ ਮੰਤਰੀ ਬਣੇ, ਉਹਨਾਂ ਨੂੰ ਆਪਣੀ ਪੋਜੀਸ਼ਨ ਤੋਂ ਅਸਤੀਫਾ ਦੇਣਾ ਪਏਗਾ। ਸੋ ਬੋਰਿਸ ਜੌਨਸਨ ਦਾ ਚੈਪਟਰ ਕਲੋਜ਼, ਬਤੌਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਬਾਹਰ। ਬਹੁਤ ਸਾਰੇ ਲੋਕ ਮੈਦਾਨ ਦੇ ਵਿੱਚ ਆ ਗਏ ਕਿਉਂਕਿ ਇਹ ਕੋਈ ਇਲੈਕਸ਼ਨ ਨਹੀਂ ਹੋਣੀ ਸੀ, ਜਨਰਲ ਇਲੈਕਸ਼ਨ ਨਹੀਂ ਹੋਣੀ ਹੈ। ਜਨਰਲ ਇਲੈਕਸ਼ਨ ਜਿਹੜੀ ਹੈਗੀ ਆ ਉਹਨੂੰ ਹਜੇ ਸਮੇਂ ਹੈਗਾ, ਠੀਕ ਹੈ। ਸੋ ਜਨਰਲ ਇਲੈਕਸ਼ਨ ਨੂੰ ਜੇ ਹਜੇ ਸਮੇਂ ਹੈ, ਜਨਵਰੀ 2024 ਦੇ ਵਿੱਚ ਹੋਣੀ ਹੈ। ਸੋ ਜਿਹੜਾ ਵੀ ਕੋਈ ਉਸ ਸਮੇਂ ਬੋਰਿਸ ਜੌਨਸਨ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਇਲੈਕਟ ਹੋਏਗਾ, ਉਹ ਆਟੋਮੈਟਿਕਲੀ ਲੀਡਰ ਇਲੈਕਟ ਹੁੰਦੇ ਹੋ ਤੁਸੀਂ ਕੰਜ਼ਰਵੇਟਿਵਸ ਦੇ, ਟੋਰੀਜ਼ ਦੇ ਉੱਥੇ ਇੰਗਲੈਂਡ ਦੇ ਵਿੱਚ, ਔਰ ਤੁਸੀਂ ਪ੍ਰਧਾਨ ਮੰਤਰੀ ਬਣ ਜਾਣਾ ਹੈ। ਹੁਣ ਓਪਰਚੁਨਿਟੀ ਸੀਗੀ, ਸੋ ਬਹੁਤ ਸਾਰੇ ਲੋਕ ਜਿਹੜੇ ਉਹ ਸਾਹਮਣੇ ਆ ਗਏ, ਔਰ ਇਸ ਰੇਸ ਦੇ ਵਿੱਚ ਟੂ ਕੱਟ ਦ ਲੌਂਗ ਸਟੋਰੀ ਸ਼ਾਰਟ ਆਖਿਰ ਦੇ ਵਿੱਚ ਸਿਰਫ 2 ਨਾਮ ਰਹਿ ਗਏ, ਲਿਜ਼ ਟਰਸ ਔਰ ਦੂਸਰਾ ਰਿਸ਼ੀ ਸੁਨਕ। ਅਸੀਂ ਸਾਰਿਆਂ ਨੇ ਉਹਨਾਂ ਦੀਆਂ ਡਿਬੇਟਸ ਦੇਖੀਆਂ, ਮੈਂ ਵੀ ਦੇਖੀਆਂ, ਤੁਸੀਂ ਵੀ ਸਾਰਿਆਂ ਨੇ ਦੇਖੀਆਂ ਹੋਣੀਆਂ। ਮੈਨੂੰ ਯਾਦ ਆ ਸਾਡੇ ਇੱਥੇ ਹੀ ਪੈਨਲ ਡਿਸਕਸ਼ਨ ਹੋਈ ਸੀਗੀ ਜਿਹਦੇ ਵਿੱਚ ਕਿ ਮੈਂ ਕਾਫੀ ਹੱਦ ਤੱਕ ਇਹ ਗੱਲ ਕਰ ਰਿਹਾ ਸੀਗਾ ਕਿ ਯੈਸ ਰਿਸ਼ੀ ਸੁਨਕ ਵੁੱਡ ਬੀ ਅ ਬੈਟਰ ਕੰਟੈਂਡਰ। ਅਸੀਂ ਇੱਥੇ ਇੱਕ ਐਡੀਟਰ ਸਟੇਕ ਵੀ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਕਿ ਮੇਰੇ ਇਹ ਕਹਿਣਾ ਸੀਗਾ ਕਿ ਰਿਸ਼ੀ ਸੁਨਕ ਵੁੱਡ ਬੀ ਅ ਬੈਟਰ ਕੰਟੈਂਡਰ। ਹੋ ਸਕਦਾ ਹੈ ਕਿ ਲਿਜ਼ ਟਰਸ ਬਣ ਜਾਣ, ਬਟ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਸੀਗੀਆਂ ਰਿਸ਼ੀ ਸੁਨਕ ਦੀਆਂ ਉਹ ਜ਼ਿਆਦਾ ਬਿਹਤਰ ਲੱਗ ਰਹੀਆਂ ਸੀਗੀਆਂ। ਲਿਜ਼ ਟਰਸ ਉਹਨਾਂ ਦੀਆਂ ਪਾਲਿਸੀਜ਼ ਮੈਨੂੰ ਸ਼ੁਰੂ ਤੋਂ ਹੀ ਪੋਪੂਲਿਸਟ ਲੱਗ ਰਹੀਆਂ ਸੀਗੀਆਂ। ਟੈਕਸ ਕੱਟ ਹਰੇਕ ਨੂੰ ਚੰਗੇ ਲੱਗਦੇ ਨੇ, ਖਾਸ ਕਰ ਜਦੋਂ ਮਹਿੰਗਾਈ ਦੁਨੀਆ ਭਰ 'ਚ ਜ਼ਿਆਦਾ, ਇੰਗਲੈਂਡ 'ਚ ਵੀ ਬੜੀ ਜ਼ਿਆਦਾ ਸੀਗੀ। ਲੇਕਿਨ ਲਿਜ਼ ਟਰਸ ਜਿਹੜੇ ਆ ਉਹ ਟੈਕਸ ਕੱਟਸ ਦੀ ਗੱਲ ਕਰ ਰਹੇ ਸੀਗੇ, ਔਰ ਉਹਨਾਂ ਦਾ ਇਹ ਕਹਿਣਾ ਸੀਗਾ, ਲਿਜ਼ ਟਰਸ ਦਾ ਇਹ ਕਹਿਣਾ ਸੀਗਾ ਕਿ ਟੈਕਸ ਕੱਟਸ ਕਰਕੇ ਮੈਂ ਪਾਲਿਸੀ ਲੈ ਕੇ ਆ ਰਹੀ ਹੈਗੀ ਆ, ਇਹਦੇ ਨਾਲ ਫਾਇਦਾ ਹੋਏਗਾ। ਲੇਕਿਨ ਹੋਇਆ ਕੀ ਕਿ ਆਖਰੀ 2 ਦੀ ਰੇਸ ਦੇ ਵਿੱਚ ਲਿਜ਼ ਟਰਸ ਬਾਜ਼ੀ ਮਾਰ ਗਏ, ਰਿਸ਼ੀ ਸੁਨਕ ਰਹਿ ਗਏ, ਔਰ ਲਿਜ਼ ਟਰਸ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਚੁਣੇ ਗਏ ਔਰ ਸੈਪਟੈਂਬਰ 1 ਵੀਕ ਦੇ ਵਿੱਚ, ਔਰ ਉਸ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਲਿਜ਼ ਟਰਸ। ਸੈਪਟੈਂਬਰ 1 ਵੀਕ 2022 ਦੀ ਅਸੀਂ ਗੱਲ ਕਰ ਰਹੇ ਹਾਂ। ਟੈਕਸ ਉਹਨਾਂ ਨੇ ਕੱਟ ਕਰ ਦਿੱਤੇ। ਉਹਨਾਂ ਦੀ ਪਾਲਿਸੀ ਕੀ ਸੀਗੀ ਕਿ ਜਿਹੜੇ ਅਮੀਰ ਲੋਕ ਨੇ ਉੱਥੇ ਟੈਕਸ ਕੱਟ ਕਰੋ, ਉਹਨਾਂ ਨੂੰ ਬਹੁਤ ਬੜਾ ਇੰਨਾ ਬੜਾ ਟੈਕਸ ਕੱਟ ਦਾ ਪੈਕੇਜ ਲੈ ਕੇ ਆਏ ਕਿ ਮੈਨੂੰ ਯਾਦ ਹੀ ਨਹੀਂ ਪੈ ਰਿਹਾ ਕਿ ਇੰਗਲੈਂਡ ਦੀ ਹਿਸਟਰੀ ਦੇ ਵਿੱਚ ਕਦੇ ਇੰਨੇ ਬੜਾ ਕੋਈ ਟੈਕਸ ਕੱਟ ਦਾ ਪੈਕੇਜ ਆਇਆ ਹੋਵੇ। ਹਰ ਆਈਡੀਆ ਵਾਸ ਕਿ ਜਦੋਂ ਅਸੀਂ ਟੈਕਸ ਕੱਟ ਕਰਾਂਗੇ ਟੌਪ ਬ੍ਰੈਕਟ ਦੇ ਵਿੱਚ ਤੇ ਇਟ ਵਿਲ ਟ੍ਰਿਕਲ ਡਾਊਨ ਇਫੈਕਟ, ਥੱਲੇ ਜਾ ਕੇ ਇਹਦਾ ਫਾਇਦਾ ਹੋਏਗਾ, ਪਰ ਐਸਾ ਹੋਇਆ ਨਹੀਂ। ਸੋ ਉਹਨਾਂ ਦਾ ਆਈਡੀਆ ਫੇਲ ਹੋ ਗਿਆ, ਉਹਨਾਂ ਦੇ ਪੋਪੂਲਿਸਟ ਬਿਆਨ ਸੀਗੇ ਉਹ ਫੇਲ ਹੁੰਦੇ ਚਲੇ ਗਏ।
ਇਹਦੇ ਨਾਲ ਮਾਰਕੀਟ ਦੇ ਉੱਤੇ ਬਹੁਤ ਬੜਾ ਅਸਰ ਹੋਇਆ, ਇਕਨੋਮੀ ਤੇ ਅਸਰ ਹੋਇਆ, ਪਾਉਂਡ ਦੇ ਉੱਤੇ ਬਹੁਤ ਬੜਾ ਅਸਰ ਹੋਇਆ, ਪਾਉਂਡ ਲਗਾਤਾਰ ਵੀਕ ਹੁੰਦਾ ਚਲਾ ਗਿਆ। IMF ਨੂੰ ਸਟੇਟਮੈਂਟ ਜਾਰੀ ਕਰਨੀ ਪੈ ਗਈ ਇੰਗਲੈਂਡ ਦੇ ਵਾਸਤੇ, ਔਰ ਆਲਮ ਇਹ ਹੋਇਆ ਕਿ ਇਹਨਾਂ ਨੇ ਸਾਰਾ ਗੁੱਸਾ ਲਿਸ ਟਰੱਸ ਨੇ ਆਪਣੇ ਹੀ ਜਿਹੜੇ ਇਹਨਾਂ ਦੇ ਫਾਈਨੈਂਸ ਮਿਨਿਸਟਰ ਸੀ ਉਹਨਾਂ ਦੇ ਉੱਤੇ ਲਗਾ ਦਿੱਤਾ। ਹਾਲਾਂਕਿ ਆਪਣੇ ਫਾਈਨੈਂਸ ਮਿਨਿਸਟਰ ਨੂੰ ਮੈਂਡੇਟ ਇਹਨਾਂ ਨੇ ਖੁਦ ਦਿੱਤਾ ਕਿ ਇਹ ਸਾਰੀਆਂ ਚੀਜ਼ਾਂ ਮੈਂ ਕਹੀਆਂ ਸੀਗੀਆਂ, ਵੀਵ ਗॉट ਅ ਮੈਂਡੇਟ ਨਾਓ, ਹੁਣ ਅਸੀਂ ਲਾਗੂ ਕਰਨੀ ਹੈ, ਪਰ ਉਹ ਲਾਗੂ ਨਹੀਂ ਹੋ ਪਾ ਰਹੀਆਂ ਸੀ। ਆਪਣੇ ਹੀ ਜਿਹੜੇ ਇਹਨਾਂ ਦੇ ਫਾਈਨੈਂਸ ਮਿਨਿਸਟਰ ਸੀ ਉਹਨਾਂ ਨੂੰ ਹਟਾ ਕੇ ਕਿ ਇਹਨਾਂ ਦੀ ਗਲਤੀ ਹੈ, ਜਰਮੀ ਹੰਟ ਨੂੰ ਲੈ ਕੇ ਆਏ ਕਿ ਹੁਣ ਨਵੇਂ ਫਾਈਨੈਂਸ ਮਿਨਿਸਟਰ ਲੈ ਕੇ ਆ ਰਹੇ हैं, ਲੇਕਿਨ ਨਵੇਂ ਫਾਈਨੈਂਸ ਮਿਨਿਸਟਰ ਨੇ ਇਹਨਾਂ ਦੀਆਂ ਸਾਰੀਆਂ ਪਾਲਿਸੀਜ਼ ਤਬਦੀਲ ਕਰ ਦੀਆਂ ਕਿ ਸਾਰਾ ਕੁਝ ਕਾਮਯਾਬ ਨਹੀਂ ਹੋ ਰਿਹਾ, ਟੂ ਦਾ ਪੁਆਇੰਟ ਕਿ ਇਹਨਾਂ ਦੇ ਆਪਣੇ ਫਾਈਨੈਂਸ ਮਿਨਿਸਟਰ ਨੇ ਇਹਨਾਂ ਦੀਆਂ ਪਾਲਿਸੀਜ਼ ਦੇ ਉੱਤੇ ਬੜਾ ਯੂ ਟਰਨ ਲਗਾਇਆ। ਔਰ ਇਹਦੇ ਨਾਲ ਕੀ ਹੋਇਆ ਕਿ ਲਿਸ ਟਰੱਸ ਜਿਹੜੇ ਆ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਬਹੁਤ ਬੜਾ ਝਟਕਾ ਲੱਗਾ। ਆਲਮ ਇਹ ਹੋ ਗਿਆ ਕਿ ਉਹਨਾਂ ਦੀ ਪਪੂਲੈਰਿਟੀ ਜਿਹੜੀ ਆ ਸਿਰਫ 10%, ਸਿਰਫ 10% ਤੇ ਉਹਨਾਂ ਦੀ ਪਪੂਲੈਰਿਟੀ ਲੈ ਗਈ ਲਿਸ ਟਰੱਸ ਦੀ। ਆਪਣੇ ਹੀ ਕੈਬਨਿਟ ਦੇ ਵਿੱਚ ਫਿਰ ਦੁਬਾਰਾ ਬਗਾਵਤ ਦੇ ਸੁਰ, ਜਿਸ ਤਰ੍ਹਾਂ ਬੋਰਿਸ ਜੌਨਸਨ ਦੇ ਸਮੇਂ ਹੋਏ ਸੀਗੇ, ਆਪਣੇ ਹੀ ਇਹਨਾਂ ਦੇ ਕਾਕਸ ਮੈਂਬਰਸ ਜਿਹੜੇ ਸੀਗੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ, ਉਹ ਇਹਨਾਂ ਦੇ ਖਿਲਾਫ ਬਗਾਵਤ ਦੇ ਸੁਰ ਸਾਫ਼ ਨਜ਼ਰ ਆ ਰਹੇ ਸੀਗੇ, ਔਰ ਹਾਲਾਤ ਕੁਝ ਜ਼ਿਆਦਾ ਸੁਧਰਦੇ ਨਜ਼ਰ ਨਹੀਂ ਆ ਰਹੇ ਸੀਗੇ। ਸੋ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਹੋਇਆਂ ਲਿਸ ਟਰੱਸ ਜਿਹੜੇ ਨੇ ਉਹਨਾਂ ਨੇ ਇਸਤੀਫਾ ਦੇ ਦਿੱਤਾ ਇਨ ਦ 3rd ਵੀਕ ਆਫ ਅਕਤੂਬਰ। ਹਾਰਡਲੀ 44 ਦਿਨ, ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਡੇਢ ਮਹੀਨੇ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਲਿਸ ਟਰੱਸ ਨੇ ਇਸਤੀਫਾ ਦੇ ਦਿੱਤਾ ਕਿ ਮੈਂ ਮੈਂਡੇਟ ਨਹੀਂ ਲਾਗੂ ਕਰ ਪਾ ਰਹੀ ਹੈ, ਔਰ ਉਹ ਹੱਥ ਖੜੇ ਕਰਕੇ ਬਾਹਰ ਨਿਕਲ ਗਏ। ਰੇਸ ਤੋਂ ਬਾਹਰ ਹੋਏ, ਦੁਬਾਰਾ ਫਿਰ ਸਭ ਦੀਆਂ ਨਿਗਾਹਾਂ ਰਿਸ਼ੀ ਸੁਨਕ ਉਹਨਾਂ ਦੇ ਉੱਤੇ ਆ ਕੇ ਲੱਗ ਗਈਆਂ, ਬਿਕੋਜ਼ ਆਖਰੀ 2 ਦੀ ਰੇਸ ਦੇ ਵਿੱਚ ਰਿਸ਼ੀ ਸੁਨਕ ਸੀਗੇ। ਬੋਰਿਸ ਜੌਨਸਨ, ਜਰਮੀ ਹੰਟ, ਕੁਝ ਹੋਰ ਲੋਕਾਂ ਨੇ ਪਹਿਲਾਂ ਦਿਖਾਇਆ ਇੰਟਰਸਟ ਕਿ ਜੀ ਸਾਡਾ ਇੰਟਰਸਟ ਹੈ, ਲੇਕਿਨ ਜਿੰਨੇ ਵੀ ਮੈਂਬਰ ਪਾਰਲੀਮੈਂਟ ਚਾਹੀਦੇ ਸੀਗੇ ਉਸ ਤੋਂ ਕਿਤੇ ਜ਼ਿਆਦਾ ਮੈਂਡੇਟ ਰਿਸ਼ੀ ਸੁਨਕ ਦੇ ਹੱਕ ਸੀਗਾ। ਜ਼ਿਆਦਾਤਰ ਮੈਂਬਰ ਪਾਰਲੀਮੈਂਟਸ ਨੇ ਰਿਸ਼ੀ ਸੁਨਕ ਦੇ ਹੱਕ ਦੇ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ, ਇੱਕ ਕੈਂਪੇਨ ਚੱਲੀ, ਐਂਡ ਰਿਸ਼ੀ ਸੁਨਕ ਜਿਹੜੇ ਸੀਗੇ ਅਨਅਪੋਜ਼ਡ, ਜਿੱਥੇ ਇੱਕ ਤਰਫ ਦੁਨੀਆ ਭਰ ਦੇ ਵਿੱਚ ਜਿਹੜੀ ਕਮਿਊਨਿਟੀ ਆ ਉਹ ਦੀਵਾਲੀ ਦੇ ਜਸ਼ਨ ਮਨਾ ਰਹੀ ਸੀ, ਠੀਕ ਉਸੇ ਦਿਨ 24 ਅਕਤੂਬਰ 2022 ਉਸੇ ਦਿਨ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣਾ ਗਿਆ ਰਿਸ਼ੀ ਸੁਨਕ ਨੂੰ। ਦੈਟ ਇਫੈਕਟਿਵਲੀ ਮੀਨਸ ਕਿਉਂਕਿ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣ ਲਿਆ ਗਿਆ ਤਾਂ ਇਹਦਾ ਮਤਲਬ ਤੇ ਪ੍ਰਧਾਨ ਮੰਤਰੀ ਉਹਨਾਂ ਨੇ ਬਣਨਾ ਹੈ। ਸੋ ਅਗਲੇ ਦਿਨ 25 ਅਕਤੂਬਰ ਨੂੰ ਰਿਸ਼ੀ ਸੁਨਕ ਜਿਹੜੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਇਹ ਤੇ ਸਟੋਰੀ ਅਸੀਂ ਤੁਹਾਨੂੰ ਸੁਣਾ ਦਿੱਤੀ 2019 ਤੋਂ ਲੈ ਕੇ 2022 ਤੱਕ ਦੀ, ਕਿਉਂਕਿ ਸਵਾਲ ਸੀਗਾ ਕਿ ਹਾਊ ਡਿਡ ਰਿਸ਼ੀ ਸੁਨਕ ਬਿਕਮ ਦ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ। ਲੇਕਿਨ ਮੈਂ ਹਲਕੇ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜ਼ਰੂਰ ਦੇ ਦਿਆਂ। ਯੈਸ, ਹੀ ਵਾਸ ਬੋਰਨ ਇਨ ਸਾਊਥਹੈਂਪਟਨ। ਕੁਝ ਲੋਕ ਕਹਿੰਦੇ ਨੇ ਵਾਸ ਹੀ ਬੋਰਨ ਇਨ ਬ੍ਰਿਟਨ ਜਾਂ ਛੋਟੇ ਹੁੰਦੇ ਆ ਗਏ ਸੀਗੇ। ਯੈਸ, ਹੀ ਵਾਸ ਬੋਰਨ ਇਨ ਸਾਊਥਹੈਂਪਟਨ। ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ, ਜੇ ਅਸੀਂ ਗ੍ਰੈਂਡ ਪੇਰੈਂਟਸ ਤੋਂ ਸ਼ੁਰੂਆਤ ਕਰੀਏ ਤਾਂ ਯੈਸ, ਉਹਨਾਂ ਦੇ ਪੰਜਾਬੀ ਓਰੀਜਨ ਦੀ ਵੀ ਬੜੀ ਗੱਲ ਹੁੰਦੀ ਰਹੀ ਹੈ। ਸੋ ਬਿਲਕੁਲ ਉਹ ਅਨਡਿਵਾਈਡਡ ਪੰਜਾਬ 1947 ਤੋਂ ਪਹਿਲਾਂ ਜਿਹੜਾ ਅਨਡਿਵਾਈਡਡ ਇੱਕ ਪੰਜਾਬ ਸੀਗਾ, ਉੱਥੋਂ ਹੀ ਬਿਲਕੁਲ ਉਹਨਾਂ ਦਾ ਓਰੀਜਨ ਹੈਗਾ। ਔਰ ਉਸ ਤੋਂ ਬਾਅਦ ਈਸਟ ਅਫਰੀਕਾ ਦੇ ਵਿੱਚ ਉਹਨਾਂ ਦੇ ਜਿਹੜੇ ਗ੍ਰੈਂਡ ਪੇਰੈਂਟਸ ਸੀ ਉਹ ਮੂਵ ਕਰ ਗਏ ਸੀਗੇ। ਉਹਨਾਂ ਦੇ ਗ੍ਰੈਂਡਫਾਦਰ ਈਸਟ ਅਫਰੀਕਾ ਚਲ ਗਏ, ਇਹਨਾਂ ਦੀ ਜਿਹੜੀ ਗ੍ਰੈਂਡ ਮਦਰ ਸੀਗੇ ਉਹ ਇੰਡੀਆ ਆ ਗਏ ਸੀ, ਨਿਊ ਦਿੱਲੀ। ਔਰ ਈਸਟ ਅਫਰੀਕਾ ਤੋਂ ਬਾਅਦ ਫਿਰ ਇਹ ਲੋਕ ਇੰਗਲੈਂਡ ਮੂਵ ਕਰ ਗਏ। ਸੋ ਇਹਨਾਂ ਦਾ ਜਨਮ ਤੇ ਰਿਸ਼ੀ ਸੁਨਕ ਦਾ ਤਾਂ ਉੱਥੇ ਹੋਇਆ ਸਾਊਥਹੈਂਪਟਨ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਹੀ ਪੜ੍ਹੇ ਨੇ ਇੰਗਲੈਂਡ ਤੋਂ, ਔਰ ਫਿਰ ਮੈਂ ਦੱਸਵਾਂ ਕਿ ਸਟੈਨਫੋਰਡ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਵਾਸਤੇ ਗਏ, ਆਪਣੀ MBA ਕਰਨ ਵਾਸਤੇ। ਇਜ਼ ਅ ਫੁੱਲ ਬ੍ਰਾਈਟ ਸਕਾਲਰ ਦੇਅਰ, ਬਹੁਤ ਚੰਗੇ ਸੀਗੇ ਪੜ੍ਹਾਈ ਦੇ ਵਿੱਚ। ਔਰ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ MBA ਕਰਨ ਦੇ ਦਰਮਿਆਨ ਹੀ ਉਹਨਾਂ ਦੀ ਮੁਲਾਕਾਤ ਇਹਨਾਂ ਦੀ ਜਿਹੜੀ ਹੁਣ ਵਾਈਫ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਹੋਈ ਹੈ, ਡਾਟਰ ਆਫ ਨਾਰਾਇਣ ਮੂਰਤੀ, ਅਸੀਂ ਸਾਰੇ ਜਾਣਦੇ ਹੈਗੇ ਹਾਂ। ਔਰ ਮੈਂ ਬਰੀਫਲੀ ਬਸ ਇਹਨਾਂ ਦੱਸਵਾਂ ਕਿ ਵਨ ਆਫ ਦ ਰਿਚੈਸਟ ਪੀਪਲ ਇਨ ਬ੍ਰਿਟਨ ਹੈਗੇ ਨੇ ਇਹ, 222 222ਵੇਂ ਨੰਬਰ ਤੇ ਹੈ। ਬਟ ਇਹਨਾਂ ਦੀ ਜਿਹੜੀ ਵੈਲਥ ਹੈਗੀ ਹੈ, ਲਗਭਗ ਕੰਬਾਈਨਡ ਵੈਲਥ ਇਹਨਾਂ ਦੀ ਵਾਈਫ ਦੀ ਗੱਲ ਕਰ ਲਈਏ ਤੇ 750 ਪਾਉਂਡ ਦੇ ਆਸ-ਪਾਸ, 750 ਮਿਲੀਅਨ ਪਾਉਂਡ ਦੇ ਆਸ-ਪਾਸ ਹੈ। ਸੋ ਕੈਨੇਡੀਅਨ ਸਟੈਂਡਰਡਸ ਜਾਂ ਅਮਰੀਕਨ ਸਟੈਂਡਰਡਸ ਨਾਲ ਗੱਲ ਕਰੀਏ ਤਾਂ ਇਜ਼ ਆਲਮੋਸਟ ਅ ਬਿਲੀਅਨੇਅਰ, ਕਿਉਂਕਿ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ 1.1 ਬਿਲੀਅਨ ਡਾਲਰ ਦੇ ਆਸ-ਪਾਸ ਉਹਨਾਂ ਦੀ ਨੈਟਵਰਥ ਹੈ। ਸੋ ਇਜ਼ ਅ ਬਿਲੀਅਨੇਅਰ। ਔਰ ਈਵਨ ਕੁਈਨ ਜਾਂ ਕਿੰਗ ਦੀ ਵੀ ਗੱਲ ਕਰ ਲਈਏ ਤਾਂ ਉਹਨਾਂ ਤੋਂ ਵੀ ਜ਼ਿਆਦਾ ਵੈਲਥ ਜਿਹੜੀ ਹੈ ਰਿਸ਼ੀ ਸੁਨਕ ਔਰ ਉਹਨਾਂ ਦੀ ਵਾਈਫ ਦੀ ਹੈ। ਬਟ ਸਵਾਲ ਬੜੇ ਨੇ ਹੁਣ ਉਹਨਾਂ ਦੇ ਵਾਸਤੇ। ਆਂਦੇ ਹੀ ਰਿਸ਼ੀ ਸੁਨਕ ਉਹਨਾਂ ਨੇ ਕੈਬਨਿਟ ਦੇ ਵਿੱਚ ਬੜੀਆਂ ਤਬਦੀਲੀਆਂ ਕੀਤੀਆਂ। ਜੋ ਲਿਸ ਟਰੱਸ ਤੇ ਕੁਝ ਲਾਇਲਿਸਟ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ, ਬਾਹਰ ਦਾ ਰਸਤਾ ਦਿਖਾਇਆ ਗਿਆ, ਔਰ ਆਪਣਾ ਕੈਬਨਿਟ ਉਹਨਾਂ ਨੇ ਰਿਸ਼ੀ ਸੁਨਕ ਉਹਨਾਂ ਨੇ ਚੁਣਿਆ ਹੈਗਾ। ਸੋ ਦੇਖਦੇ ਹੈਗੇ ਆ ਕਿ ਕਿਆ ਉਹ ਬ੍ਰਿਟਨ ਨੂੰ ਜਾਂ ਇੰਗਲੈਂਡ ਨੂੰ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਇਸ ਤੋਂ ਬਾਹਰ ਕੱਢ ਸਕਣਗੇ ਜਾਂ ਨਹੀਂ।